ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਜੇ ਪਰ ਜਾਲੀ ਏਕਹਿ ਚੋਟ ਸਜਾਇਆ। ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਇ ਦਰਵਾਜਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕਰਿਓ ਗੜ ਕੋ ਰਾਜਾ। ਕਬੀਰ ਜੀ ਉਹਨਾਂ ਵਾਸਤੇ ਨਹੀਂ ਕਹਿ ਰਹੇ ਹਨ ਏਸ਼ ਸ਼ਬਦ ਦੁਬਾਰਾ, ਜਿਹੜੇ ਖੁਦ ਆਪਣੇ ਆਪ ਗੜ੍ਹ ਦੇ ਰਾਜੇ ਨੂੰ ਕਾਬੂ ਕਰਨਾ ਚਾਹੁੰਦੇ ਹਨ, ਫੜਨਾ ਚਾਹੁੰਦੇ ਹਨ। ਕੁਛ ਐਸੇ ਵੀ ਹਨ ਨਾ, ਬਹੁਤ ਹਨ। ਜ਼ਿਆਦਾਤਰ ਐਸਾ ਹੀ ਲੋਕ ਸੋਚਦੇ ਹਨ ਵੀ ਅਸੀਂ ਖੁਦ ਕਿਉਂ ਨਹੀਂ ਕਾਬੂ ਕਰ ਸਕਦੇ ਆਪਣੇ ਮਨ ਨੂੰ, ਗੜ੍ਹ ਦੇ ਰਾਜੇ ਨੂੰ, ਕਿਲੇ ਦੇ ਮਾਲਕ ਨੂੰ ਕਿਉਂ ਨਹੀਂ ਫੜ ਸਕਦੇ ਆਪਣੇ ਆਪ। ਤੇ ਜ਼ਿਆਦਾਤਰ ਆਪਣੇ ਆਪ ਫੜਨ ਦੀ ਕੋਸ਼ਿਸ਼ ਕਰਦੇ ਹਨ। ਖਿਆਲ ਵਿੱਚ ਫਿਰ ਰੱਖਣ ਯੋਗ ਹੈ ਇਹ ਗੱਲ, ਬਹੁਤ ਜ਼ਰੂਰੀ, ਵੀ ਜ਼ਿਆਦਾਤਰ ਧਾਰਮਿਕ ਲੋਕ ਇਉਂ ਹੀ ਸੋਚਦੇ ਹਨ ਕਿ ਅਸੀਂ ਆਪਣੇ ਆਪ ਆਪਣੇ ਮਨ ਨੂੰ ਕਿਉਂ ਨਹੀਂ ਕਾਬੂ ਕਰ ਸਕਦੇ। ਅਸੀਂ ਕਿਸੇ ਕੋਲੋਂ ਕਿਉਂ ਸਹਾਇਤਾ ਲਈ। ਵੀ ਜਦੋਂ ਕਾਬੂ ਕਰਨ ਦੇ ਤਰੀਕੇ ਸਾਰੇ ਦੱਸੇ ਹੋਏ ਹਨ ਪੁਰਾਣੇ ਗੁਰੂਆਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਕਾਬੂ ਕਰਨ ਦੇ ਤਰੀਕੇ ਦੱਸੇ ਹਨ, ਗੜ੍ਹ ਨੂੰ ਜਿੱਤਣ ਦੇ ਤਰੀਕੇ ਦੱਸੇ ਹਨ, ਗੜ੍ਹ ਦੇ ਮਾਲਕ ਨੂੰ ਕਾਬੂ ਕਰਨ ਦੇ ਤਰੀਕੇ ਦੱਸੇ ਹਨ, ਮਨ ਨੂੰ ਰੋਕਣ ਦੇ, ਮਾਰਨ ਦੇ ਤਰੀਕੇ ਦੱਸੇ ਹਨ। ਤਾਂ ਉਹਨਾਂ ਦੇ ਵਿੱਚ ਦੱਸਿਆ ਤਾਂ ਹੈ ਸਾਰਾ ਕੁਝ, ਫਿਰ ਅਸੀਂ ਪੜ੍ਹ ਕੇ ਉਹਦੇ ਵਿੱਚੋਂ ਤੇ ਆਪਣੇ ਆਪ ਹੀ ਗੋਲੇ ਤਿਆਰ ਕਰਾਂਗੇ, ਗਿਆਨ ਦੇ ਗੋਲੇ। ਗੋਲਾ ਗਿਆਨ ਚਲਾਇਆ। ਤੇ ਮਾਰਨ ਦੇ ਤਰੀਕੇ ਤਾਂ ਦੱਸੇ ਹੀ ਹੋਏ ਹਨ ਸਤਿਪੁਰਖਾਂ ਨੇ ਆਪਣੇ ਉਪਦੇਸ਼ਾਂ ਵਿੱਚ। ਮਨ ਨੂੰ, ਮਨ ਰੂਪੀ ਜਿਹੜਾ ਗੜ੍ਹ ਹੈ, ਮਨ ਨੇ ਕਿਲ੍ਹਾ ਬਣਾਇਆ। ਇਸ ਸ਼ਬਦ ਦੇ ਉੱਪਰ ਵਾਲੀਆਂ ਪੰਕਤੀਆਂ 'ਚ ਕਿਲ੍ਹੇ ਦਾ ਵਿਵਰਣ ਹੈ। ਦੋਵਰ ਕੋਟ ਔਰ ਤੇਵਰ ਖਾਈ। ਇਹੋ ਜਿਹਾ ਜਿਹੜਾ ਕਿਲ੍ਹਾ ਹੈ ਜਿਹਦੇ ਵਿੱਚ ਮਨ ਆਕੀ ਹੋਇਆ ਬੈਠਾ ਹੈ ਆਪਣੇ ਸਾਥੀਆਂ ਨਾਲ, ਉਸ ਕਿਲ੍ਹੇ ਨੂੰ ਜਿੱਤਣ ਵਾਸਤੇ, ਉਸ ਆਕੀ ਹੋਏ ਮਨ ਨੂੰ ਕਾਬੂ ਕਰਨ ਵਾਸਤੇ, ਫੜਨ ਵਾਸਤੇ, ਮਾਰਨ ਵਾਸਤੇ ਸਤਿਪੁਰਖਾਂ ਨੇ ਉਪਦੇਸ਼ ਦਿੱਤੇ ਹਨ। ਅਤੇ ਸਾਧਕ ਸੋਚਦਾ ਵੀ ਮੈਂ ਉਹਨਾਂ ਉਪਦੇਸ਼ਾਂ ਨੂੰ ਪੜ੍ਹ ਕੇ, ਸਮਝ ਕੇ, ਅਤੇ ਉਹ ਜੋ ਬਰੂਦ ਬਣਾਉਣ ਦਾ ਤਰੀਕਾ ਦੱਸਿਆ ਹੈ, ਬੰਬ ਬਣਾਉਣ ਦਾ ਤਰੀਕਾ, ਗਿਆਨ ਰੂਪੀ ਗੋਲਾ ਬਣਾਉਣ ਦਾ ਤਰੀਕਾ ਦੱਸਿਆ ਹੀ ਹੈ ਨਾ, ਗੋਲੇ ਬਣਾਉਣ ਦੇ ਤਰੀਕੇ ਦੱਸੇ ਆ ਸਤਿਪੁਰਖਾਂ ਨੇ ਆਪਣੇ ਉਪਦੇਸ਼ਾਂ 'ਚ, ਵੀ ਐਉਂ ਗੋਲੇ ਤਿਆਰ ਕਰੋ
ਤੇ ਇਸ ਗੜ੍ਹ ਦੇ ਉੱਪਰ ਸੁੱਟੋ, ਇਸ ਕਿਲੇ ਦੇ ਮਨ ਰੂਪੀ ਕਿਲੇ ਦੇ ਉੱਪਰ ਇਹਨੂੰ ਢਾਓ। ਹੁਣ ਸਮੱਸਿਆ ਇਹ ਪੈਦਾ ਹੁੰਦੀ ਹੈ ਵੀ ਮਨ ਰੂਪੀ ਕਿਲਾ ਬਣਾਇਆ ਹੈ ਖੁਦ ਆਦਮੀ ਨੇ, ਕਿਸੇ ਨੇ ਨਹੀਂ ਬਣਾਇਆ ਹੈ। ਦੂਸਰੇ ਨੇ ਬਣਾਇਆ ਹੋਵੇ ਤਾਂ ਤੁਸੀਂ ਢਾਹ ਵੀ ਦਿਓ ਛੇਤੀ। ਇਹ ਖੁਦ ਬਣਾਇਆ ਹੈ ਤੇ ਬਹੁਤ ਪਿਆਰ ਨਾਲ ਆਦਮੀ ਬਣਾਉਂਦਾ ਹੈ, ਬਹੁਤ ਸਜਾਉਂਦਾ ਹੈ ਮਨ ਰੂਪੀ ਮਹਿਲ ਨੂੰ। ਕਈਆਂ ਨੇ ਬਹੁਤ ਵਧੀਆ ਸਜਾਇਆ ਹੁੰਦਾ ਹੈ ਆਪਣਾ ਮਨ, ਸਾਫ ਸੁਥਰਾ, ਤੇ ਆਪਣੇ ਆਪ ਨੂੰ ਹਰ ਇੱਕ ਚੰਗਾ ਸਮਝਦਾ। ਮੇਰੇ 'ਚ ਤਾਂ ਕੋਈ ਔਗਣ ਹੀ ਨਹੀਂ, ਮੈਂ ਬਿਲਕੁਲ ਧਾਰਮਿਕ, ਕੋਈ ਬੁਰਾ ਕਰਮ ਨਹੀਂ ਕਰਦਾ। ਕਈ ਸੋਚਦੇ ਹੀ ਹਨ ਤਾਂ ਉਹਨਾਂ ਨੇ ਬਿਲਕੁਲ ਸਜਾਇਆ ਹੈ ਆਪਣਾ ਮਹਿਲ। ਅਤੇ ਜਿਨ੍ਹਾਂ ਨੇ ਇੰਨਾ ਸਜਾਇਆ ਹੈ ਮਹਿਲ, ਤਾਂ ਮਹਿਲ ਨੂੰ ਸਮਾਪਤ ਕਰਨ ਵਾਸਤੇ ਸੋਚਣਗੇ। ਉਸ ਮਹਿਲ ਦੇ ਉੱਪਰ ਬੰਬ ਸੁੱਟਣ ਵਾਸਤੇ, ਉਹਨੂੰ ਤਬਾਹ ਕਰਨ ਵਾਸਤੇ ਸੋਚਣਗੇ। ਭਾਵੇਂ ਠੀਕ ਹੈ ਵੀ ਸਤਿਪੁਰਖਾਂ ਦੀ ਬਾਣੀ ਪੜ੍ਹਦੇ ਹਨ, ਵਿਚਾਰਦੇ ਹਨ, ਸਮਝਦੇ ਵੀ ਹਨ ਬਹੁਤ ਧਾਰਮਿਕ ਲੋਕ। ਬਰੂਦ ਤੇ ਹੈ, ਦਿੱਤਾ ਹੋਇਆ ਹੈ, ਪਰ ਉਸ ਬਰੂਦ ਦੁਆਰਾ ਉਹ ਗੋਲੇ ਨਹੀਂ ਬਣਾਉਂਦੇ ਹਨ ਮਨ ਨੂੰ ਮਾਰਨ ਵਾਸਤੇ, ਸਗੋਂ ਉਲਟਾ ਕੰਮ ਕਰ ਲੈਂਦੇ ਹਨ। ਇਸ ਬਰੂਦ ਦੁਆਰਾ ਜਿਹੜਾ ਸਤਿਪੁਰਖਾਂ ਨੇ ਦਿੱਤਾ ਹੋਇਆ ਹੈ ਨਾ ਉਪਦੇਸ਼ਾਂ ਦੇ ਵਿੱਚ, ਇਹਦੇ ਦੁਆਰਾ ਉਹ ਮਨ ਨੂੰ ਸਜਾਉਣ ਵਾਸਤੇ ਪਟਾਕੇ ਬਣਾ ਲੈਂਦੇ ਹਨ, ਫੁੱਲ ਝੜੀਆਂ ਬਣਾ ਲੈਂਦੇ ਹਨ, ਮਹਿਲ ਨੂੰ ਹੋਰ ਸਜਾ ਦਿੰਦੇ ਹਨ ਇਸੇ ਹੀ ਬਰੂਦ ਨਾਲ। ਮੈਂ ਅਕਸਰ ਕਹਿੰਦਾ ਨਾ, ਸਤਿਪੁਰਖਾਂ ਦੀ ਬਾਣੀ ਦਾ ਦੁਰਉਪਯੋਗ ਜ਼ਿਆਦਾ ਕਰਦੇ ਹਨ ਅਗਿਆਨੀ ਲੋਕ, ਹੰਕਾਰੀ ਲੋਕ। ਅਤੇ ਜ਼ਿਆਦਾਤਰ ਸਾਧਕ ਜਿਹੜੇ ਹਨ ਉਹ ਇਉਂ ਹੀ ਸੋਚਦੇ ਹਨ ਕਿ ਸਤਿਪੁਰਖਾਂ ਦਾ ਉਪਦੇਸ਼ ਜੋ ਹੈ ਇਹ ਮਨ ਨੂੰ ਮਾਰਨ ਵਾਸਤੇ ਦਿੱਤਾ ਹੋਇਆ ਹੈ, ਤਰੀਕੇ ਦੱਸੇ ਹੋਏ ਹਨ। ਅਤੇ ਮੈਂ ਆਪ ਖੁਦ ਕਿਉਂ ਨਹੀਂ ਪੜ੍ਹ ਕੇ ਸਮਝ ਕੇ ਉਹ ਤਰੀਕੇ ਵਰਤਾਂ, ਬਰੂਦ ਬਣਾਵਾਂ, ਗੋਲੇ ਬਣਾਵਾਂ ਅਤੇ ਆਪਣੇ ਮਨ ਰੂਪੀ ਮਹਿਲ ਦੇ ਉੱਪਰ ਸੁੱਟਾਂ। ਪਰ ਅਗਰ ਗੋਲੇ ਬਣ ਵੀ ਜਾਂਦੇ ਹਨ ਨਾ ਗਿਆਨ ਦੇ, ਫਿਰ ਵੀ ਆਦਮੀ ਸੁੱਟਦਾ ਨਹੀਂ ਹੈ, ਕਿਉਂਕਿ ਆਪਣਾ ਮਹਿਲ ਜਿਹੜਾ ਐਡਾ ਸੁੰਦਰ ਬਣਾਇਆ ਹੈ ਮਨ ਨੇ, ਉਹਨੂੰ ਮਨ ਢਾਉਣਾ ਨਹੀਂ ਚਾਹੁੰਦਾ ਹੈ। ਇਸੇ ਕਾਰਨ ਹੀ ਜ਼ਿਆਦਾਤਰ ਸਾਧਕ ਇਹੋ ਹੀ ਸੋਚਦੇ ਹਨ ਵੀ ਅਸੀਂ ਆਪਣੇ ਆਪ ਹੀ ਆਪਣੇ ਮਨ ਨੂੰ ਸਮਾਪਤ ਕਰ ਲੈਣਾ ਹੈ। ਕਿਸੇ ਦਾ ਸਹਿਯੋਗ ਨਹੀਂ ਲੈਣਾ ਹੈ। ਅਤੇ ਜ਼ਿਆਦਾਤਰ ਸਾਧਕ ਹਾਰਦੇ ਹਨ ਇਹ ਸੋਚਣ ਵਾਲੇ ਵੀ ਅਸੀਂ ਆਪਣੇ ਆਪ ਆਪਣੇ ਮਨ ਨੂੰ ਸਮਾਪਤ ਕਰ ਲੈਣਾ। ਕਿਉਂਕਿ ਜਿਹੜਾ ਸਮਾਪਤ ਕਰਨ ਵਾਲਾ ਹੈ ਨਾ ਉਹ ਵੀ ਮਨ ਹੈ, ਖਿਆਲ ਵਿੱਚ ਰੱਖੋ। ਅਤੇ ਮਨ ਹੀ ਸਮਾਪਤ ਕਰਨ ਵਾਲਾ ਹੈ ਅਤੇ ਮਨ ਹੀ ਦੂਸਰੇ ਪੱਖ ਦੇ ਵਿੱਚ ਕਾਇਮ ਰਹਿਣ ਵਾਲਾ ਹੈ। ਇਸ ਕਾਰਨ ਜਿਹੜਾ ਕਾਇਮ ਰਹਿਣ ਵਾਲਾ ਹੈ ਮਨ, ਉਹ ਹਮੇਸ਼ਾ ਜਿੱਤਦਾ ਹੈ ਸਮਾਪਤ ਕਰਨ ਵਾਲੇ ਮਨ ਨਾਲ। ਜਿਵੇਂ ਦੋ ਹੱਥ ਹਨ ਤੁਹਾਡੇ, ਦੋਵਾਂ ਨੂੰ ਲੜਾਓ, ਇੱਦਾਂ ਮਨ ਦੇ ਦੋ ਹਿੱਸੇ ਹੋ ਜਾਂਦੇ। ਤੇ ਮਨ ਲੜਦਾ ਹੈ ਆਪਸ ਦੇ ਵਿੱਚ ਤੇ ਵਾਰ-ਵਾਰ ਹਾਰਦਾ ਹੈ।
ਕਿਉਂਕਿ ਆਪਣੇ ਆਪ ਨੂੰ ਆਪ ਮਨ ਸਮਾਪਤ ਨਹੀਂ ਨਾ ਕਰਨਾ ਚਾਹੁੰਦਾ। ਆਪਣੇ ਮਹਿਲ ਨੂੰ ਕੌਣ ਢਾਉਣਾ ਚਾਹੁੰਦਾ ਹੈ? ਆਪਣੇ ਕਿਲੇ ਨੂੰ, ਆਪਣੇ ਸਿੰਘਾਸਨ ਨੂੰ ਕੌਣ ਛੱਡਣਾ ਚਾਹੁੰਦਾ ਹੈ? ਇਸ ਕਾਰਨ ਜ਼ਿਆਦਾਤਰ ਸਾਧਕ ਜਿਹੜੇ ਹਨ ਆਪਣੇ ਆਪ ਆਪਣੇ ਮਨ ਨੂੰ ਫੜਨਾ ਚਾਹੁੰਦੇ ਹਨ, ਉਹ ਹਾਰਦੇ ਹਨ। ਪਰ ਜੋ ਕਬੀਰ ਜੀ ਕਹਿ ਰਹੇ ਹਨ, ਇਹ ਹੈ ਭਾਵਨਾ ਭਗਤੀ ਦਾ ਮਾਰਗ। ਤੇ ਜਿਹੜੇ ਇਸ ਮਾਰਗ ਤੇ ਚੱਲਦੇ ਹਨ ਨਾ, ਉਹ ਸੋਚਦੇ ਹਨ ਵੀ ਅਸੀਂ ਆਪਣੇ ਆਪ ਆਪਣੇ ਗੜ੍ਹ ਨੂੰ ਫਤਿਹ ਨਹੀਂ ਕਰ ਸਕਦੇ, ਇਸ ਕਿਲੇ ਨੂੰ ਅਸੀਂ ਨਹੀਂ ਫਤਿਹ ਕਰ ਸਕਦੇ, ਅਸੀਂ ਨਹੀਂ ਜਿੱਤ ਸਕਦੇ, ਅਸੀਂ ਨਹੀਂ ਕਾਬੂ ਕਰ ਸਕਦੇ ਆਪਣੇ ਮਨ ਨੂੰ, ਅਸੀਂ ਨਹੀਂ ਪਕੜ ਸਕਦੇ ਗੜ੍ਹ ਦੇ ਰਾਜੇ, ਸਾਡੇ 'ਚ ਕਿੱਥੇ ਸਮਰੱਥਾ। ਤੋ ਐਸੇ ਜਿਹੜੇ ਗੁਰਸਿੱਖ ਹਨ, ਉਹ ਫਿਰ ਜਿਹਦੀ ਸਹਾਇਤਾ ਲੈਂਦੇ ਹਨ ਉਹਨੂੰ ਹੀ ਗੁਰੂ ਕਹਿੰਦੇ ਹਨ। ਵੀ ਅਸੀਂ ਆਪਣੇ ਆਪ ਆਪਣੇ ਬਣਾਏ ਹੋਏ ਕਿਲੇ ਨੂੰ ਸਮਾਪਤ ਨਹੀਂ ਕਰ ਸਕਦੇ, ਮਨ ਰੂਪੀ ਨੂੰ ਨਹੀਂ ਜਿੱਤ ਸਕਦੇ। ਵੀ ਤੁਸੀਂ ਸਹਿਯੋਗ ਕਰੋ। ਫਿਰ ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਜਿਹੜਾ ਧਿਆਨੀ ਹੈ, ਆਪਣੇ ਆਪ ਧਿਆਨ ਕਰਦਾ ਹੈ, ਸੁਰਤ ਨੂੰ ਜੋੜਦਾ ਹੈ ਆਪਣੇ ਆਪ, ਤੇ ਆਪਣੇ ਅੰਦਰ ਗੋਲੇ ਸੁੱਟਦਾ ਹੈ, ਉਹ ਤੇ ਆਪਣੇ ਆਪ ਸੁੱਟ ਰਿਹਾ ਹੈ, ਅੰਦਰ ਸਮਾਪਤ ਕਰਦਾ ਹੈ। ਪਰ ਉਹ ਜਿੱਥੇ ਸੁੱਟਣੇ ਹਨ ਉੱਥੇ ਨਹੀਂ ਸੁੱਟਦਾ ਹੈ, ਆਪਣੇ ਆਪ ਨੂੰ ਬਚਾਉਣ ਦਾ ਵੀ ਰਹਿੰਦਾ ਹੈ, ਸੁਰਤ ਨੂੰ ਅੰਦਰ ਟਿਕਾਉਂਦਾ ਵੀ ਹੈ ਤੇ ਆਪਣੇ ਆਪ ਨੂੰ ਬਚਾਉਂਦਾ ਵੀ ਹੈ। ਦੋਵੇਂ ਕੰਮ ਕਰਦਾ ਰਹਿੰਦਾ, ਕਿਉਂਕਿ ਉਹ ਸੋਚਦਾ ਹੈ ਵੀ ਅਗਰ ਮਿਟ ਹੀ ਗਿਆ ਤੇ ਫਿਰ ਮੈਂ ਤੇ ਰਿਹਾ ਹੀ ਨਹੀਂ, ਫਿਰ ਆਨੰਦ ਕਿਹਨੂੰ ਆਊਗਾ। ਮਿਟਣਾ ਨਹੀਂ ਨਾ ਚਾਹੁੰਦਾ ਹੈ। ਪਰ ਜਿਹੜਾ ਪ੍ਰੇਮੀ ਹੈ, ਭਗਤ, ਉਹ ਸੁਰਤ ਨੂੰ ਅੰਦਰ ਨਹੀਂ ਲੈ ਕੇ ਜਾਂਦਾ ਹੈ, ਧਿਆਨ ਨੂੰ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਧਿਆਨੀ ਜਿਹੜਾ ਹੈ ਉਹ ਆਪਣੀ ਸੁਰਤ ਨੂੰ ਅੰਦਰ ਲੈ ਕੇ ਜਾਂਦਾ ਹੈ, ਆਪਣੇ ਆਪ ਕੋਸ਼ਿਸ਼ ਕਰਦਾ ਹੈ ਅੰਦਰ ਆਪਣੇ ਵਿਸ਼ੇ ਵਿਕਾਰਾਂ ਨੂੰ ਸਮਾਪਤ ਕਰਨ ਦੀ ਮਾਰਨ। ਪਰ ਜਿਹੜਾ ਪ੍ਰੇਮੀ ਹੈ ਉਹ ਨਹੀਂ, ਉਹ ਸੁਰਤ ਨੂੰ ਬਾਹਰ ਜੋੜ ਦਿੰਦਾ ਹੈ, ਤੇ ਜਿਹਦੇ ਨਾਲ ਜੋੜਦਾ ਹੈ ਨਾ ਆਪਣੀ ਸੁਰਤ ਨੂੰ, ਉਹਨੂੰ ਹੀ ਉਹ ਗੁਰੂ ਕਹਿੰਦਾ ਹੈ। ਭਾਵ ਕਿ ਜਿਹਦੇ ਨਾਲ ਸੁਰਤ ਜੁੜ ਜਾਂਦੀ ਹੈ ਉਹ ਹੀ ਗੁਰੂ ਹੈ। ਤੇ ਫਿਰ ਭਗਤ ਨੂੰ ਕੋਈ ਗਿਆਨ ਨਹੀਂ ਹੁੰਦਾ ਹੈ, ਤੇ ਗਿਆਨ ਦੀ ਲੋੜ ਨਹੀਂ ਹੁੰਦੀ ਹੈ। ਧਿਆਨੀ ਚੱਲਦਾ ਹੈ ਵਿਚਾਰ ਵਿਚਾਰ ਕੇ, ਸਮਝ ਸਮਝ ਕੇ, ਗਿਆਨ ਹਾਸਲ ਕਰ ਕਰਕੇ। ਗਿਆਨ ਧਿਆਨ ਦਾ ਮਾਰਗ ਹੈ। ਪਰ ਜਿਹੜਾ ਭਗਤ ਹੈ ਨਾ, ਉਹ ਗਿਆਨ ਵੀ ਹਾਸਲ ਨਹੀਂ ਕਰਦਾ ਹੈ। ਮਾਰਨ ਦਾ ਗਿਆਨ, ਕਿਲੇ ਨੂੰ ਸਮਾਪਤ ਕਰਨ ਦਾ ਗਿਆਨ, ਕਿਵੇਂ ਸਮਾਪਤ ਕੀਤਾ ਜਾਵੇ, ਸਮਾਪਤੀ ਕਰਨਾ ਹੈ ਨਾ, ਤੇ ਧਿਆਨੀ ਸਮਾਪਤ ਕਰਨ ਦਾ ਗਿਆਨ ਬਾਹਰੋਂ ਲੈਂਦਾ ਹੈ ਪੁਸਤਕਾਂ ਦੇ ਵਿੱਚੋਂ, ਤੇ ਸਮਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਆਪ। ਪਰ ਜਿਹੜਾ ਭਗਤ ਹੈ ਨਾ, ਉਹ ਗਿਆਨ ਵੀ ਨਹੀਂ ਲੈਂਦਾ ਹੈ, ਉਹ ਆਪਣੀ ਸੁਰਤ ਨੂੰ ਸਮਰਪਿਤ ਕਰ ਦਿੰਦਾ ਹੈ ਗੁਰੂ ਨੂੰ। ਪ੍ਰੇਮ ਦੁਆਰਾ
ਸੁਰਤ ਜਿਹੜੀ ਹੈ ਨਾ ਉਹ ਸਮਰਪਿਤ ਹੋ ਜਾਂਦੀ ਹੈ ਗੁਰੂ ਨੂੰ। ਤੇ ਫਿਰ ਗੁਰੂ ਕੀ ਕਰਦਾ ਹੈ ਨਾ, ਉਸੇ ਹੀ ਸੁਰਤ ਦੁਆਰਾ, ਜਿਹੜੀ ਸੁਰਤ ਉਹਦੇ ਕੋਲ ਆ ਗਈ ਹੈ, ਜਿਹੜਾ ਧਿਆਨ ਸ਼ਿਸ਼ ਦਾ, ਸਿੱਖ ਦਾ ਗੁਰੂ ਕੋਲ ਆ ਗਿਆ ਹੈ, ਉਸ ਧਿਆਨ ਦੁਆਰਾ ਹੀ ਉਹ ਫਿਰ ਗੋਲਾ ਸੁੱਟਦਾ ਹੈ ਆਪਣੇ ਗਿਆਨ ਦਾ ਉਹ ਸ਼ਿਸ਼ ਦੇ ਅੰਦਰ, ਕਿਲੇ ਨੂੰ ਨਾਸ਼ ਕਰਨ ਵਾਸਤੇ। ਕਿਉਂਕਿ ਸ਼ਿਸ਼ ਨੂੰ ਆਪਣੇ ਆਪ ਗਿਆਨ ਨਹੀਂ, ਉਹ ਫਿਰ ਗੁਰੂ ਦੇ ਗਿਆਨ ਦੁਆਰਾ ਹੀ ਉਹ ਗੋਲਾ ਬਣਦਾ ਹੈ। ਧਿਆਨ ਨੂੰ ਤੇ ਆਪਣੇ ਆਪ ਸਮਝਣਾ ਪੈਂਦਾ ਹੈ, ਗੋਲਾ ਬਣਾਉਣਾ ਪੈਂਦਾ। ਪਰ ਜਿਹੜਾ ਪ੍ਰੇਮੀ ਹੈ, ਸ਼ਿਸ਼ ਹੈ, ਉਹ ਆਪਣੀ ਸੁਰਤ ਨੂੰ ਸਮਰਪਿਤ ਕਰ ਦਿੰਦਾ ਹੈ ਪ੍ਰੇਮ ਦੁਆਰਾ। ਅਤੇ ਗੁਰੂ ਪ੍ਰੇਮ ਨੂੰ ਤੇ ਲਾਉਂਦਾ ਹੈ ਅੱਗ। ਜਦੋਂ ਬਿਲਕੁਲ ਜਲ ਉੱਠਦਾ ਹੈ, ਪ੍ਰੇਮ ਤੜਫ ਉੱਠਦਾ ਹੈ, ਸ਼ਿਸ਼ ਵਿਹਵਲ ਤੜਫਣਾ, ਉਦੋਂ ਉਹ ਗਿਆਨ ਦਾ ਫਿਰ ਜਿਹੜਾ ਗੋਲਾ ਹੈ ਨਾ ਉਹ ਸੁੱਟਦਾ ਹੈ ਅਤੇ ਸ਼ਿਸ਼ ਦਾ ਜਿਹੜਾ ਮਹਿਲ ਢਹਿੰਦਾ ਹੈ। ਢਹਿੰਦਾ ਉਦੋਂ ਹੈ ਜਦੋਂ ਗਹਿਰਾ ਪ੍ਰੇਮ ਹੁੰਦਾ ਹੈ, ਗਹਿਰੀ ਭਾਵਨਾ ਦੇ ਵਿੱਚ ਉਹਦੀ ਸੁਰਤ ਜਿਹੜੀ ਹੈ ਗੁਰੂ ਕੋਲ ਜਾਂਦੀ ਹੈ। ਗੁਰੂ ਉਹ ਹੀ ਸੁਰਤ ਦੁਆਰਾ, ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਅਤੇ ਗਿਆਨ ਰੂਪੀ ਗੋਲਾ ਗੁਰੂ ਕੋਲ ਗਿਆਨ ਤਾਂ ਹੈ ਹੀ, ਢਾਉਣ ਦਾ ਤਰੀਕਾ ਉਹਨੂੰ ਪਤਾ ਤਾਂ ਹੈ ਹੀ, ਢਾਇਆ ਉਹਨੇ, ਉਹਨੂੰ ਸਭ ਪਤਾ ਹੈ। ਉਹ ਫਿਰ ਟਿਕਾਣੇ ਸਿਰ ਗੋਲੇ ਮਾਰਦਾ ਐਨ ਜਿੱਥੇ ਵਾਸਤਵਿਕ ਕਿਤੇ ਵਿੱਚ ਮਹਿਲ ਢਹਿ ਹੀ ਜਾਵੇ, ਢੇਰੀ ਹੋ ਜਾਵੇ। ਉਹਨੂੰ ਪਤਾ ਹੈ ਨਾ, ਉਹਨੂੰ ਪਤਾ ਹੈ ਨਾ, ਉਹਨੂੰ ਪਤਾ ਹੈ।